बहुत ही सत्कारयोग अध्यापक ਅਤੇ प्यारे बच्चों, ਆਪਾਂ ਜੀਓਗ੍ਰਾਫੀ ਦੀ ਕਲਾਸ ਵਿੱਚ ਮੈਂ ਲਲਿਤ ਕੁਮਾਰ ਆਪ ਜੀ ਦਾ ਸਵਾਗਤ ਕਰਦਾ ਹਾਂ। ਅੱਜ ਆਪਾਂ ਫਿਜ਼ੀਕਲ ਜੀਓਗ੍ਰਾਫੀ ਦੇ ਬਹੁਤ ਹੀ ਇੰਪੋਰਟੈਂਟ ਟੌਪਿਕ ਮੇਜਰ ਲੈਂਡ ਫੋਰਮ ਪਾਰਟ 1 ਦੀ ਸਟੱਡੀ ਕਰਾਂਗੇ। ਕਿਸੇ ਵੀ ਮਹਾਦੀਪ ਦਾ ਧਰਾਤਲ ਰੂਪ ਇੱਕੋ ਜਿਹਾ ਨਹੀਂ ਹੁੰਦਾ। ਕਿਸੇ ਸਥਾਨ ਤੇ ਧਰਾਤਲ ਉੱਪਰ ਉੱਭਰਿਆ ਹੋਇਆ ਅਤੇ ਕਿਸੇ ਸਥਾਨ ਤੇ ਧੱਸਿਆ ਹੋਇਆ ਹੁੰਦਾ ਹੈ। ਮਹਾਦੀਪ ਦੇ ਇਸ ਤਰ੍ਹਾਂ ਦੇ ਉੱਚੇ ਨੀਵੇਂ ਧਰਾਤਲ ਨੂੰ ਥਲ ਰੂਪ ਆਖਿਆ ਜਾਂਦਾ ਹੈ। ਥਲ ਰੂਪਾਂ ਦਾ ਨਿਰਮਾਣ ਲਈ ਚਟਾਨਾਂ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਥਲ ਰੂਪ ਵਿੱਚ ਚਟਾਨਾਂ ਦੀਆਂ ਕਿਸਮਾਂ, ਚਟਾਨਾਂ ਦਾ ਰੇਵੇਪਨ, ਚਟਾਨਾਂ ਦੀਆਂ ਤਰੇੜਾਂ, ਚਟਾਨਾਂ ਦੀਆਂ ਵਿਸ਼ੇਸ਼ ਯੋਗਤਾਵਾਂ, ਚਟਾਨਾਂ ਦਾ ਮਸਾਮਦਾਰ, ਚਟਾਨਾਂ ਤੇ ਜਲਵਾਯੂ ਆਦਿ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਪਰੋਕਤ ਕਾਰਨਾਂ ਨੂੰ ਜਦੋਂ ਅਸੀਂ ਪੜ੍ਹਦੇ ਅਤੇ ਪਰਖਦੇ ਹਾਂ ਤਾਂ ਹੀ ਅਸੀਂ ਇੱਕ ਚਟਾਨ ਦੀ ਹਰ ਇੱਕ ਵਿਸ਼ੇਸ਼ਤਾ ਨੂੰ ਇੱਕ ਖਾਸ ਕਿਸਮ ਦੇ ਥਲ ਰੂਪ ਵਿੱਚ ਜਨਮ ਦਿੰਦੇ ਹਾਂ। ਜਿਓਮੋਰਫੋਲੋਜੀ ਜੋ ਹੈ ਫਿਜ਼ੀਕਲ ਜੀਓਗ੍ਰਾਫੀ ਦੀ ਇੱਕ ਉਹ ਸ਼ਾਖਾ ਹੈ ਜਿਸ ਵਿੱਚ ਅਸੀਂ ਭੂਮੀ ਦੇ ਭਾਗਾਂ ਨੂੰ ਪੜ੍ਹਦੇ ਅਤੇ ਪਰਿਭਾਸ਼ਿਤ ਕਰਦੇ ਹਾਂ। ਤੋਂ W.D. ਥੌਰਨਬਰਗ ਨੇ 1954 ਵਿੱਚ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਪ੍ਰਿੰਸੀਪਲ ਆਫ ਜਿਓਮੋਰਫੋਲੋਜੀ, ਜਿਸ ਦੇ ਨਾਮ ਸੀ ਪ੍ਰਿੰਸੀਪਲ ਆਫ ਜਿਓਮੋਰਫੋਲੋਜੀ। ਇਸ ਵਿੱਚ ਉਹ ਲਿਖਦੇ ਨੇ ਕਿ ਧਰਤੀ ਉੱਤੇ ਲੈਂਡਫੋਰਮ ਦੀ ਵਿਗਿਆਨਿਕ ਜੋ ਪੜ੍ਹਾਈ ਹੀ ਜਿਓਮੋਰਫੋਲੋਜੀ ਹੈ। ਡਾਇਮੈਂਸ਼ਨ ਤੇ ਸਕੇਲ ਨੂੰ ਵੱਖ ਰੱਖ ਕੇ ਅਸੀਂ ਲੈਂਡਫੋਰਮ ਨੂੰ 3 ਭਾਗਾਂ ਵਿੱਚ ਵੰਡਦੇ ਹਾਂ। ਫਸਟ ਆਰਡਰ ਆਫ ਲੈਂਡਫੋਰਮ, ਸੈਕੰਡ ਆਰਡਰ ਆਫ ਲੈਂਡਫੋਰਮ ਐਂਡ ਥਰਡ ਆਰਡਰ ਆਫ ਲੈਂਡਫੋਰਮ। ਐਟ ਮੈਕਰੋ ਸਕੇਲ ਦੇ ਉੱਤੇ ਲੈਂਡਫੋਰਮ ਨੂੰ ਅਸੀਂ ਮਹਾਦੀਪਾਂ, ਓਸ਼ਨ ਬੇਸਨ ਦੇ ਤੱਕ ਹੀ ਪੜ੍ਹਦੇ ਹਾਂ। ਸੈਕੰਡ ਆਰਡਰ ਦੇ ਵਿੱਚ ਅਸੀਂ ਮਾਊਂਟੇਨਸ ਅਤੇ ਰਿਲੀਫ ਫੀਚਰ ਦੇ ਵਿੱਚ ਪੜ੍ਹਦੇ ਹਾਂ। ਸਮੁੰਦਰ ਵਿੱਚ ਸੈਕੰਡ ਆਰਡਰ ਅਤੇ ਕੰਟੀਨੈਂਟਲ ਨੂੰ ਸੈਕੰਡ ਆਰਡਰ ਦੇ ਵਿੱਚ, ਕੰਟੀਨੈਂਟਲ ਸ਼ੈਲਫ ਨੂੰ ਸੈਕੰਡ ਆਰਡਰ ਆਫ ਲੈਂਡਫੋਰਮ ਵਿੱਚ ਪੜ੍ਹਦੇ ਹਾਂ। ਥਰਡ ਆਰਡਰ ਵਿੱਚ ਉਹ ਸੈਕੰਡ ਆਰਡਰ ਨੂੰ ਲੈਂਡਫੋਰਮ 'ਤੇ ਡਿਫਾਈਨ ਕਰਨਾ ਹੀ ਥਰਡ ਆਰਡਰ ਹੈ। ਜਿਵੇਂ ਵੀ ਸ਼ੇਪ ਵੈਲੀ ਹੋ ਗਈ, ਵਾਟਰਫਾਲ ਹੋ ਗਿਆ, ਫਲੱਡ ਪਲੇਨ ਹੋ ਗਏ, ਸਿੰਕ ਹੋਲ ਹੋ ਗਿਆ, ਬਲਾਈਂਡ ਵੈਲੀ ਹੋ ਗਈ, ਇਸ ਨੂੰ ਅਸੀਂ ਸੈਕੰਡ ਲੈਂਡਫੋਰਮ ਦੇ ਵਿੱਚ ਪੜ੍ਹਦੇ ਹਾਂ। ਹੁਣ ਇੱਥੇ ਇਹਨਾਂ ਤਿੰਨੇ ਲੈਂਡਫੋਰਮ ਨੂੰ ਮੈਂ ਬੜੇ ਹੀ ਵਿਸਥਾਰ ਨਾਲ ਆਪਾਂ ਗੱਲ ਕਰਦੇ ਹਾਂ। ਜਦੋਂ ਅਸੀਂ ਫਸਟ ਆਰਡਰ ਆਫ ਲੈਂਡਫੋਰਮ ਪੜ੍ਹਦੇ ਹਾਂ, ਫਸਟ ਆਰਡਰ ਆਫ ਰਿਲੀਫ ਫੀਚਰ ਪੜ੍ਹਦੇ ਹਾਂ, ਉਸ ਵਿੱਚ ਵਾਸਟ ਕੰਟੀਨੈਂਟਲ, ਓਸ਼ਨ, ਕੰਟੀਨੈਂਟਲ ਸ਼ੈਲਫ ਅਤੇ ਸੀ ਕੋਸਟ, ਇਹ 4 ਵਿਸ਼ਿਆਂ ਨੂੰ ਅਸੀਂ ਵਿਸਥਾਰ ਵਿੱਚ ਪੜ੍ਹਦੇ ਹਾਂ। ਦੈਟ ਇਜ਼ ਫਸਟ ਆਰਡਰ ਆਫ ਰਿਲੀਫ ਫੀਚਰ ਹੈਗੇ। ਸੈਕੰਡ ਆਰਡਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਮਾਊਂਟੇਨਸ ਹੋ ਗਏ, ਪਲੇਟੋ ਹੋ ਗਏ, ਪਲੇਨਸ ਹੋ ਗਏ, ਲੋ ਲੈਂਡ ਏਰੀਆ ਹੋ ਗਿਆ, ਕੰਟੀਨੈਂਟਲ ਸਲੋਪ ਹੋ ਗਈ, ਪਲੇਨਸ ਹੋ ਗਏ, ਮਿਡ ਓਸ਼ਨ ਰਿਜ ਹੋ ਗਈ, ਸਬਮਰੀਨੀਅਨ ਟ੍ਰੈਚਿਸ ਹੋ ਗਈਆਂ। ਇਹ ਸੈਕੰਡ ਆਰਡਰ ਦੇ ਵਿੱਚ ਆ ਗਏ। ਹੁਣ ਥਰਡ ਆਰਡਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤਕਰੀਬਨ ਇੱਧਰ ਨਹੀਂ ਬਚ ਜਾਂਦੀਆਂ ਨੇ, ਜਿਵੇਂ ਕਿ ਵੈਲੀ ਹੋ ਗਈ, ਜਾਰਜ ਹੋ ਗਿਆ, ਇਹ ਸਾਰੀਆਂ ਚੀਜ਼ਾਂ ਨੂੰ, ਸਬਮਰੀਨਸ ਹੋ ਗਏ, ਕੈਨੀਅਨਸ ਹੋ ਗਿਆ, ਇਹਨਾਂ ਨੂੰ ਅਸੀਂ ਥਰਡ ਆਰਡਰ ਆਫ, ਕੇਵਸ ਹੋ ਗਿਆ, ਸੈਂਡ ਡਿਊਨਸ ਹੋ ਗਏ, ਪੀਕਸ ਹੋ ਗਈ, ਕਲਿਫ ਹੋ ਗਈ, ਇਹਨਾਂ ਨੂੰ ਅਸੀਂ ਥਰਡ ਆਰਡਰ ਆਫ ਰਿਲੀਫ ਫਾਰਮ ਦੇ ਵਿੱਚ ਪੜ੍ਹਦੇ ਹਾਂ। ਜੀਓਸਲਾਈਨ ਦਾ ਕੰਸੈਪਟ ਸਭ ਤੋਂ ਪਹਿਲਾਂ ਜਿਹੜਾ ਸੀ ਅਮਰੀਕਨ ਭੂ ਵਿਗਿਆਨੀ ਜੇਮਸ ਹਲ ਅਤੇ ਡਾਇਟ ਡਾਂਸ ਨੇ 19ਵੀਂ ਸਦੀ ਦੇ ਮੱਧ ਵਿੱਚ ਦਿੱਤਾ, ਜਦੋਂ ਉਹ ਮਾਊਂਟੇਨ ਦੀ ਸਟੱਡੀ ਕਰ ਰਹੇ ਸਨ। ਧਰਤੀ ਦੇ 2 ਪ੍ਰਮੁੱਖ ਥਲ ਸਰੂਪ ਸਨ, ਇੱਕ ਮਹਾਦੀਪ ਅਤੇ ਦੂਜੀ ਭੂ ਉਪਨੀਤੀ। ਭੂ ਉਪਨੀਤੀ ਪਾਣੀ ਦੇ ਭੂ ਭਾਗ ਸਨ ਜਿਨ੍ਹਾਂ ਵਿੱਚ ਤਲਛਟ ਦਾ ਨਿਖੇਪ ਜਾਰੀ ਹੁੰਦਾ ਰਿਹਾ। ਇਹਨਾਂ ਭੂ ਭਾਗਾਂ ਨੂੰ ਜਿਓਸਿੰਕਲਾਈਨ ਕਿਹਾ ਜਾਂਦਾ ਰਿਹਾ। ਇਹ ਵਾਲਦਾਰ ਪਰਬਤਾਂ ਦਾ ਨਿਰਮਾਣ ਹੋਇਆ। ਉਦਾਹਰਣ ਵਜੋਂ ਹਿਮਾਲਿਆ ਦਾ ਨਿਰਮਾਣ ਭੂ ਅਵਨੀਤੀ ਦੇ ਤਲਛਟ ਵਿੱਚ ਵਾਲ ਪੈਣ ਕਾਰਨ ਹੋਇਆ। ਇਸ ਨੂੰ ਅਸੀਂ ਬੜੇ ਹੀ ਸਿੰਪਲ ਤਰੀਕੇ ਨਾਲ ਪੜ੍ਹਦੇ ਹਾਂ। ਸੈਡੀਮੈਂਟਰੀ ਦੇਖੋ, ਫੋਨਲੈਂਡ, ਇਸ ਦੇ 3 ਜਿਹੜੀਆਂ ਚੀਜ਼ਾਂ ਪੜ੍ਹੀਆਂ ਗਿਆ 3 ਡਾਇਆਗਰਾਮ ਦੇ ਨਾਲ ਅਸੀਂ ਜਿਓਸਿੰਕਲਾਈਨ ਨੂੰ ਬੜੀ ਡਿਟੇਲ ਵਿੱਚ ਪੜ੍ਹਾਂਗੇ। ਕੀ ਕਹਿੰਦਾ ਧਰਤੀ ਦੇ 2 ਜਿਓਸਿੰਕਲਾਈਨ, ਇੱਥੇ ਇਸ ਨੂੰ ਬੱਚੇ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਦਾ। ਜਿਓਸਿੰਕਲਾਈਨ ਕਿਹਾ ਜਾਂਦਾ ਇਹਨਾਂ 'ਚ ਵਾਲਦਾਰ ਪਰਬਤ ਦਾ ਨਿਰਮਾਣ ਹੋਇਆ। ਉਦਾਹਰਨ ਹਿਮਾਲਿਆ ਦਾ ਨਿਰਮਾਣ ਭੂ ਅਵਨੀਤੀ ਦੇ ਤਲਛਟ ਵਿੱਚ ਵੱਲ ਪੈਣ ਕਾਰਨ ਹੋਇਆ। ਠੀਕ, ਜਿਓਸਿੰਕਲਾਈਨ ਦੇ 'ਚ ਮਾਰਜਨਲ ਆ ਗਿਆ। ਔਰ ਜਿੰਗੈਨੀ ਸ਼ਬਦ ਹੈ ਜਿਹੜਾ ਗ੍ਰੀਕ ਓਜ਼ੋ ਦਾ ਮਤਲਬ ਹੈ ਮਾਊਂਟੇਨ ਐਂਡ ਪਲੱਸ ਦਾ ਸ਼ਬਦ ਹੈ ਕ੍ਰੀਏਸ਼ਨ ਆਫ ਓਰੀਗਨ ਹੈ। ਉਹਨਾਂ ਸ਼ਕਤੀਆਂ ਅਤੇ ਘਟਨਾਵਾਂ ਤੋਂ ਹੈ ਜਿਨ੍ਹਾਂ ਕਾਰਨ ਧਰਤੀ ਕਰਸਟ ਉੱਤੇ
ਵੱਡੇ ਬਦਲਾਅ ਆਏ। ਇਨ੍ਹਾਂ ਸ਼ਕਤੀਆਂ ਕਾਰਨ ਕੰਪਰੈਸਿਵ ਹੋਣ ਨਾਲ ਬਲਦਾਰ ਪਰਬਤ ਦਾ ਨਿਰਮਾਣ ਹੋਇਆ। ਟਰਮ ਜੀ ਕੇ ਗਿਲਬਰਟ ਨੇ 1890 ਵਿੱਚ ਐਕਸਪਲੇਨ ਕੀਤੀ। ਆਰਗੈਨਿਕ ਪਰਬਤ ਬਣਾਉਣ ਦਾ ਕਾਲ ਹੈ, ਉਹ ਸਮਾਂ ਦਾ ਕਾਲ ਹੈ ਜਿਸ ਵਿੱਚ ਪਰਬਤਾਂ ਦਾ ਨਿਰਮਾਣ ਹੋਇਆ। ਇਹ ਜਿਹੜਾ ਸਮਾਂ ਹੈ 10 ਮਿਲੀਅਨਸ ਆਫ ਈਅਰ ਤੋਂ ਹੈ। ਆਰਗੈਨਿਕ ਐਕਸਟੈਂਡ ਇਨ ਟਾਈਮ ਫॉर ਸਮ ਕਿੰਨੇ 10 ਮਿਲੀਅਨਸ ਆਫ ਈਅਰ। ਲਾਰਜ ਸਕੇਲ ਡੀਫੋਰਮੇਸ਼ਨ ਹੋਈ, ਅਪਲਿਫਟਮੈਂਟ ਜਿਹੜੀ ਕਰਸਟ ਦੀ ਹੋਈ। ਇਹ ਸ਼ਬਦ ਇੱਕ ਗ੍ਰੀਕ ਸ਼ਬਦ ਹੈ ਜਿਹਦਾ ਮਤਲਬ ਹੈ ਔਰਸ ਮੀਨਸ ਮਾਊਂਟੇਨ ਐਂਡ ਪਲਸ ਮੀਨ ਓਰੀਜਨ ਹੈ। ਉਹ ਸ਼ਕਤੀਆਂ ਅਤੇ ਘਟਨਾਵਾਂ ਤੋਂ ਹੈ ਜਿਨ੍ਹਾਂ ਕਾਰਨ ਧਰਤੀ ਉੱਤੇ ਵੱਡੇ ਬਦਲਾਅ ਹੈ। ਜਦੋਂ ਅਸੀਂ ਲੈਂਡਫਾਰਮ ਦੀ ਸਟੱਡੀ ਕਰਦੇ ਹਾਂ ਤਾਂ ਇਹ ਜਿਹੜੀਆਂ ਟਰਮਸ ਨੇ ਬੇਟਾ, ਇਹ ਸਾਨੂੰ ਪਿਆਰੇ ਬੱਚਿਓ ਪਤਾ ਹੋਣੀਆਂ ਬਹੁਤ ਹੀ ਜ਼ਰੂਰੀ ਨੇ। ਕਾਜ਼ਿਜ਼ ਆਫ ਓਰੀਜਨ। ਕੌਂਟੀਨੈਂਟਲ ਆਰਗੈਨਿਕ ਕਿਸ ਤਰ੍ਹਾਂ ਬਣੀ? ਕੌਂਟੀਨੈਂਟ ਦਾ ਕੋਲੈਸ ਹੋ ਗਿਆ ਦੋ ਮਹਾਦੀਪਾਂ ਦੇ ਟਕਰਾਵ ਕਾਰਨ। ਕ੍ਰੀਏਟ ਏ ਬੈਲਟ ਆਫ ਕਰਸਟਲ ਥਿਕਨੈਸ। ਕਰਸਟਲ ਥਿਕਨੈਸ ਦੀ ਇੱਕ ਬੈਲਟ ਹੈ ਉਹ ਕ੍ਰੀਏਟ ਹੋ ਗਈ ਡਿਊ ਟੂ ਥਰਸਟ, ਫੋਲਡਿੰਗ ਐਂਡ ਫਾਲਟਿੰਗ ਨਾਲ। ਫੋਲਡਿੰਗ ਤੇ ਫਾਲਟਿੰਗ ਦਾ ਬੈਲਟ ਸੈਂਟਰ ਹੋ ਗਈ, ਹਾਈ ਡਿਗਰੀ ਗ੍ਰੇਡ ਤੇ ਵਿੱਚ ਚਲੇ ਗਈ। ਫੋਲਡ ਥਰਸਟ ਬੈਲਟ ਐਕਸਟੈਂਡ ਆਊਟਵਰਡ ਔਨ ਆਈਦਰ ਸਾਈਡ। ਕਿਸੇ ਵੀ ਸਾਈਡ ਦੇ ਉੱਤੇ ਜਿਹੜੀ ਫੋਲਡ ਹੈ ਥਰਸਟ ਬੈਲਟ ਹੋ ਗਈ। ਜਦੋਂ ਦੋ ਦੇਖੋ ਇਸ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋ ਕੌਂਟੀਨੈਂਟਲ ਮਰਜ ਹੋਏ ਨੇ, ਕਲੈਪਸ ਹੋਏ ਨੇ ਦੋ, ਉਹਨਾਂ ਦੇ ਨਾਲ ਮਾਊਂਟੇਨਸ ਦੀ ਜਿਹੜੀ ਰੇਂਜ ਹੈ ਉਹ ਬਣੀ ਹੈ। ਫੋਲਡ ਮਾਊਂਟੇਨ ਬਣੇ, ਬਣੇ ਮਾਊਂਟੇਨਸ ਦੀ ਰੇਂਜ ਬਣੀ। ਮੈਟਾਮੋਰਫਿਕਸ ਰੌਕਸ ਹੈ ਉਹਨਾਂ ਦੇ ਥੱਲੇ ਸੀ। ਫੋਲਡ ਮਾਊਂਟੇਨ ਥਰਸਟ ਬੈਲਟ ਪਹਾੜ ਦੇ ਦੋਨਾਂ ਪਾਸੇ ਹੀ ਬਣੇ। ਕਿਵੇਂ ਬਣੇ? ਦੋਨਾਂ ਪਾਸੇ ਕੌਂਟੀਨੈਂਟਲ ਜਿਹੜੀਆਂ ਦੋ ਪਲੇਟਾਂ ਸੀ ਆਪਸ ਵਿੱਚ ਟਕਰਾਈਆਂ, ਕੌਂਟੀਨੈਂਟਲ ਕਰਸਟ ਹੋਇਆ। ਉਸ ਤੋਂ ਬਾਅਦ ਜਿਹੜੇ ਨੇਗੇ ਇਹ ਇੱਕ ਪਰਬਤ ਨੂੰ ਜਨਮ ਦਿੱਤਾ। ਆਰਗੈਨਿਕ ਕੀ ਹੈ? ਇਹ ਪ੍ਰਾਇਮਰੀ ਮੈਕੈਨਿਜ਼ਮ ਹੈ ਬਾਈ ਵਿਚ ਮਾਊਂਟੇਨਸ ਆਰ ਫਾਰਮਡ ਔਨ ਕੌਂਟੀਨੈਂਟ। ਮਾਊਂਟੇਨਸ ਕੀ ਨੇ? ਪਹਾੜ ਨੇ, ਫਾਰਮਡ ਹੁੰਦੇ ਨੇ ਮਹਾਦੀਪਾਂ ਦੇ ਉੱਤੇ। ਪਹਾੜਾਂ ਦੇ ਨਿਰਮਾਣ ਨੂੰ ਨਹੀਂ ਕਿਹਾ ਜਾਂਦਾ ਹੈ। ਆਰਗੈਨੀ ਇਜ਼ ਐਨ ਇਵੈਂਟ ਹੈ ਜਿਹੜਾ ਟੇਕ ਪਲੇਸ ਕਰਦਾ ਹੈ ਕਨਵਰਜੈਂਟ ਪਲੇਟ ਮਾਰਜਨ ਵੈਨ ਪਲੇਟ ਮੋਸ਼ਨ ਕੰਪਰੈਸ ਦ ਮਾਰਜਨ ਐਂਡ ਆਰਗੈਨਿਕ belt or organic developed as a compressed plate or crumble and so uplift to form one or more mountains. This involves a series of geological processes collectively called orogenies. These include both structural deformation, existence and continental crust create new continental crust through the volcano. ਹੁਣ ਇਸ ਵਿੱਚ ਕੀ ਕਹਿੰਦਾ? ਵੋਲਕੈਨੋ ਦੀ ਮਦਦ ਦੇ ਨਾਲ, ਜਵਾਲਾਮੁਖੀ ਦੀ ਮਦਦ ਦੇ ਨਾਲ ਨਵੇਂ ਮਾਊਂਟੇਨਸ, ਨਵੇਂ ਕੌਂਟੀਨੈਂਟਲ ਕਰਸਟ ਦੇ ਜਿਹੜੇ ਨੇ ਪੈਦਾ ਹੋ ਜਾਂਦੇ ਨੇ। ਇਸ ਚੀਜ਼ ਦੀ ਵੀ ਸਟੱਡੀ ਹੈ। ਸਧਾਰਨ ਸ਼ਬਦਾਂ ਦੇ ਵਿੱਚ ਜੇ ਅਸੀਂ ਸਮਝੀਏ, ਕੀ ਸਮਝੀਏ ਸਧਾਰਨ ਸ਼ਬਦਾਂ ਵਿੱਚ, ਧਰਤੀ 'ਤੇ ਮੌਜੂਦ ਪਰਬਤਾਂ ਦਾ ਨਿਰਮਾਣ ਤਾਂ ਤਣਾਅ ਸ਼ਕਤੀਆਂ ਕਾਰਨ ਹੀ ਪੈਦਾ ਹੋਇਆ, ਜੋ ਜਵਾਲਾਮੁਖੀ ਪਰਬਤਾਂ ਨੂੰ ਛੱਡ ਕੇ ਬਾਕੀ ਸਾਰੇ ਪਰਬਤਾਂ ਦਾ ਨਿਰਮਾਣ ਹੈ ਜਿਹੜਾ ਟੈਕਟੋਨਿਕ ਪ੍ਰਕਿਰਿਆ ਨਾਲ ਬਣੇ ਹਨ। ਇਹ ਸਾਰੀ ਪ੍ਰਕਿਰਿਆ ਨੂੰ ਸਮਝਣ ਲਈ ਪਲੇਟ ਟੈਕਟੋਨਿਕ ਸਿਧਾਂਤ ਨੂੰ ਸਮਝਣਾ ਅਤੀ ਜ਼ਰੂਰੀ ਹੈ। ਇੱਥੇ ਮੈਂ ਇੱਕ ਚੀਜ਼ ਆਪਾਂ ਗੱਲ ਕੀਤੀ ਹੈ ਕਿ ਜਵਾਲਾਮੁਖੀ ਪਰਬਤਾਂ ਨੂੰ ਛੱਡ ਕੇ ਬਾਕੀ ਸਾਰੇ ਪਰਬਤ, ਕਿਉਂਕਿ ਪਰਬਤਾਂ ਨੂੰ ਜਿਹੜੇ ਪਰਬਤ ਜਵਾਲਾਮੁਖੀ ਨੇ ਉਹਨਾਂ ਨੂੰ ਇਸ ਵਿੱਚ ਇਨਕਲੂਡ ਨਹੀਂ ਕਰਨਾ। ਬਾਕੀ ਸਾਰੇ ਪਰਬਤਾਂ ਦਾ ਨਿਰਮਾਣ ਜਿਹੜਾ ਹੋਇਆ ਹੈ ਉਹ ਟੈਕਟੋਨਿਕ ਪ੍ਰਕਿਰਿਆ ਨਾਲ ਹੋਇਆ। ਇਹਨਾਂ ਸਾਰੀ ਪ੍ਰਕਿਰਿਆ ਨੂੰ ਸਮਝਣ ਲਈ ਪਲੇਟ ਟੈਕਟੋਨਿਕ ਸਿਧਾਂਤ ਨੂੰ ਸਮਝਣਾ ਅਤੀ ਜ਼ਰੂਰੀ ਹੈ। ਇਹ ਇੱਕ ਵਿਆਪਕ ਸਿਧਾਂਤ ਹੈ ਜੋ ਪਰਬਤ ਨਿਰਮਾਣ, ਵਲਣ, ਤਣਾਅ ਅਤੇ ਸੰਪੀੜਨ ਦੀ ਸ਼ਕਤੀਆਂ, ਮਹਾਦੀਪਾਂ ਦੇ ਖਿਸਕਣ, ਜਵਾਲਾਮੁਖੀ ਪ੍ਰਕਿਰਿਆ ਤੇ ਭੂਚਾਲ ਵਰਗੀਆਂ ਜਟਲ ਪ੍ਰਕਿਰਿਆ ਦਾ ਜਵਾਬ ਹੈ। ਕਿਸ ਚੀਜ਼ ਦਾ ਜਵਾਬ ਹੈ? ਹੁਣ ਪਲੇਟ ਟੈਕਟੋਨਿਕ ਦੇ ਵਿੱਚ ਕਿਸ ਚੀਜ਼ ਦਾ ਜਵਾਬ ਸਾਨੂੰ ਮਿਲਦਾ? ਵਿਆਪਕ ਸਿਧਾਂਤ ਹੈ। ਪਰਬਤ ਨਿਰਮਾਣ, ਵਲਣ, ਫੋਲਡ, ਫਾਲਟਿੰਗ, ਸੰਪੀੜਨ ਸ਼ਕਤੀਆਂ, ਮਹਾਦੀਪਾਂ ਦੇ ਖਿਸਕਣ ਦਾ ਸਿਧਾਂਤ, ਜਵਾਲਾਮੁਖੀ ਤੇ ਭੂਚਾਲ ਵਰਗੀਆਂ ਜਟਲ ਪ੍ਰਕਿਰਿਆ ਦਾ ਜਵਾਬ ਹੈ। ਇਹ ਸਿਧਾਂਤ ਸਮਝਣ ਲਈ ਅਸੀਂ ਉਪਰੋਕਤ ਸਾਰੀਆਂ ਕਿਰਿਆਵਾਂ ਆਸਾਨੀ ਨਾਲ ਸਮਝ ਸਕਦੇ ਹਾਂ। ਧਰਤੀ ਦੀ ਪੇਪੜੀ ਦੀ ਜਿਹੜੀ ਮੋਟਾਈ ਹੈ ਇਹ 100 ਕਿਲੋਮੀਟਰ ਤੱਕ ਹੋ ਸਕਦੀ ਹੈ। ਪਲੇਟ ਧਰਤੀ ਦੀ ਉੱਪਰਲੀ ਤਹਿ ਦਾ ਇੱਕ ਹਿੱਸਾ ਮੈਟਲ ਦਾ ਹੁੰਦਾ ਹੈ। ਇਹ ਸ਼ਬਦ ਕੈਨੇਡੀਅਨ ਭੂ ਵਿਗਿਆਨੀ ਜੋਹਨ ਟੂਜ਼ ਵਿਲਸਨ ਨੇ
1965 ਵਿੱਚ ਕੀਤੀ। ਇਹ ਸ਼ਬਦ ਕਿਸ ਨੇ ਕੀਤਾ? ਭੂ ਵਿਗਿਆਨੀ ਜੌਨ ਟੂਜ਼ ਵਿਲਸਨ ਨੇ। ਇਸ ਸਿਧਾਂਤ ਵਿੱਚ ਕੀ ਕਹਿੰਦਾ ਹੈ? ਇਸ ਸਦੀ ਦਾ ਸਭ ਤੋਂ ਮਹਾਨ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ। ਇਸ ਸਿਧਾਂਤ ਮੁਤਾਬਕ ਪੈਰਾਚੁੰਬਕੀ ਅਤੇ ਸਮੁੰਦਰ ਦੇ ਤਲ ਦੇ ਵਿਸਥਾਰ 'ਤੇ ਆਧਾਰਿਤ ਧਰਤੀ ਦੀ ਪੇਪੜੀ ਮੁੱਖ ਰੂਪ ਵਿੱਚ 7 ਵੱਡੀਆਂ ਤੇ 20 ਛੋਟੀਆਂ ਪਲੇਟਾਂ ਵਿੱਚ ਵੰਡੀ ਹੋਈ ਹੈ। ਕਿੰਨੀਆਂ ਪਲੇਟਾਂ ਵਿੱਚ ਪਿਆਰੇ ਬੱਚਿਓ? 7 ਵੱਡੀਆਂ ਅਤੇ 20 ਛੋਟੀਆਂ ਪਲੇਟਾਂ ਵਿੱਚ ਵੰਡੀ ਹੋਈ ਹੈ। ਕਿ ਧਰਤੀ ਦੀ ਪੇਪੜੀ ਦੀ ਮੋਟਾਈ ਕਿੰਨੀ? 100 ਕਿਲੋਮੀਟਰ ਹੋ ਸਕਦੀ ਹੈ। ਪਲੇਟ ਧਰਤੀ ਦੀ ਉੱਪਰਲੀ ਹਿੱਸੇ ਨੂੰ ਮੈਟਲ ਕਿਹਾ ਜਾਂਦਾ ਹੈ। ਕੈਨੇਡੀਅਨ ਭੂ ਵਿਗਿਆਨੀ ਜੌਨ ਟੂਜ਼ ਨੇ ਵਿਲਸਨ ਨੇ 1965 ਵਿੱਚ ਦਿੱਤੀ। ਇਹ ਸਿਧਾਂਤ ਸਦੀ ਦਾ ਮਹਾਨ ਵਿਗਿਆਨੀਆਂ ਦੀ ਪ੍ਰਾਪਤੀ ਵਿੱਚੋਂ ਇੱਕ ਹੈ। ਪਿਆਰੇ ਬੱਚਿਓ 3-4 ਚੀਜ਼ਾਂ ਨੇ ਜਿਹੜੀਆਂ ਨੋਟ ਕਰ ਲਓ ਕਿ ਪੇਪੜੀ ਦੀ ਮੋਟਾਈ ਹੈ ਜਿਹੜੀ ਉਹ 100 ਕਿਲੋਮੀਟਰ ਤੱਕ ਹੋ ਸਕਦੀ ਹੈ। ਧਰਤੀ ਦੀ ਤਹਿ ਦਾ ਹਿੱਸਾ ਜਿਹੜਾ ਮੈਟਲ ਕਿਹਾ ਜਾਂਦਾ। ਇਹ ਸ਼ਬਦ ਕੈਨੇਡੀਅਨ ਭੂ ਵਿਗਿਆਨੀ ਜੌਨ ਟੂਜ਼ ਵਿਲਸਨ ਨੇ 1965 ਵਿੱਚ ਕੀਤਾ। ਇਹ ਸਿਧਾਂਤ ਇਹ ਸਦੀ ਦਾ ਸਭ ਤੋਂ ਮਹਾਨ ਪ੍ਰਾਪਤੀ ਹੈ। ਇਹ ਸਿਧਾਂਤ ਪੈਰਾਚੁੰਬਕੀ ਸਮੁੰਦਰ ਦੇ ਤਲ ਦੇ ਵਿਸਥਾਰ 'ਤੇ ਆਧਾਰਿਤ ਹੈ। ਕਿਸ 'ਤੇ? ਹੁਣ ਇਹਦਾ ਆਧਾਰ ਕੀ ਹੈ? ਇਹ ਸਿਧਾਂਤ ਕੀ ਹੈ? ਪੈਰਾਚੁੰਬਕੀ ਅਤੇ ਸਮੁੰਦਰੀ ਦੇ ਤਲ ਦੇ ਵਿਸਥਾਰ 'ਤੇ ਆਧਾਰਿਤ ਹੈ। ਧਰਤੀ ਦੀ ਪੇਪੜੀ ਮੁੱਖ ਰੂਪ ਵਿੱਚ ਕਿੰਨੀਆਂ? 7 ਵੱਡੀਆਂ ਪਲੇਟਾਂ ਅਤੇ 20 ਛੋਟੀਆਂ ਪਲੇਟਾਂ ਵਿੱਚ ਵੰਡਿਆ ਹੋਇਆ। ਕਿੰਨੀਆਂ ਪਲੇਟਾਂ ਹੋ ਗਈਆਂ? ਕੁੱਲ 27 ਪਲੇਟਾਂ ਨੇ। ਉਹਨਾਂ ਵਿੱਚੋਂ 7 ਵੱਡੀਆਂ ਨੇ ਅਤੇ 20 ਛੋਟੀਆਂ ਪਲੇਟਾਂ ਵਿੱਚ ਵੰਡਿਆ ਹੋਇਆ। ਇਹ ਸਿਧਾਂਤ 1960 ਵਿੱਚ WJ ਮਾਰਗਨ ਨੇ ਮਹੱਤਵਪੂਰਨ ਪੇਸ਼ ਕੀਤਾ। ਪਲੇਟ ਸੀਮਾਵਾਂ ਦੀ 3 ਤਰ੍ਹਾਂ ਦੀਆਂ ਉਹਨਾਂ ਨੇ ਕਿਹਾ। ਕਿੰਨੀਆਂ ਪਲੇਟਾਂ ਹੋ ਸਕਦੀਆਂ ਨੇ? ਜਾਂ ਪਲੇਟ ਟੈਕਟੋਨਿਕ ਥਿਊਰੀ ਪੜ੍ਹਨੀ ਹੈ ਤਾਂ ਪਲੇਟ ਹੈ ਜਿਹੜਾ ਨਿਰਮਾਣਕਾਰੀ ਪਲੇਟ, ਵਿਨਾਸ਼ਕਾਰੀ ਪਲੇਟ ਅਤੇ ਕੰਜ਼ਰਵੇਟਿਵ ਪਲੇਟ। ਪਲੇਟਾਂ 3 ਹੀ ਨੇ। ਇੱਕ ਉਹ ਜਿਹੜੀਆਂ ਪਲੇਟਾਂ ਨਿਰਮਾਣ ਕਰਦੀਆਂ ਨੇ ਜਿਸ ਵਿੱਚ ਭੂਮੀ ਦੇ ਭਾਗਾਂ ਦੇ ਉੱਤੇ ਧਰਤੀ ਦੇ ਉੱਤੇ ਨਵੀਆਂ ਕਲਾ ਬਣਦੀਆਂ ਨੇ, ਨਵੇਂ ਪਰਬਤਾਂ ਦਾ ਨਿਰਮਾਣ ਹੁੰਦਾ ਹੈ, ਵਿਨਾਸ਼ ਜਿਹੜਾ ਖਤਮ ਕਰਦਾ ਹੈ। ਅਤੇ ਕੰਜ਼ਰਵੇਟਿਵ ਇਸ ਤੋਂ ਬਾਅਦ ਪੜ੍ਹਦੇ ਹਾਂ। ਨਿਰਮਾਣਕਾਰੀ ਪਲੇਟਾਂ ਕੀ ਨੇ? ਇਹ ਪਲੇਟ ਸੀਮਾ ਮਹਾਂਦੀਪਾਂ ਦੇ ਤਲ 'ਤੇ ਮਿਲਦੀ ਹੈ। ਨਿਰਮਾਣਕਾਰੀ ਪਲੇਟ ਕਿੱਥੇ ਮਿਲੂਗੀ? ਮਹਾਸਾਗਰਾਂ ਦੇ ਧਰਤੀ ਦੀ ਮੈਟਲ ਪਰਬਤ ਵਿੱਚ ਲਗਾਤਾਰ ਮੈਗਮਾ ਬਾਹਰ ਆ ਕੇ ਨਵੀਆਂ ਮਹਾਸਾਗਰੀ ਚੋਟੀਆਂ ਬਣਾਉਂਦਾ ਰਹਿੰਦਾ ਹੈ। ਸਮੁੰਦਰ ਦਾ ਤਲ ਹਰ ਸਮੇਂ ਨਵੇਂ ਮੈਗਮੇ ਦੇ ਠੰਡੇ ਹੋ ਕੇ ਇੱਕ ਦੂਜੇ ਦੇ ਉਲਟ ਦਿਸ਼ਾ ਵਿੱਚ ਖਿਸਕਦਾ ਰਹਿੰਦਾ ਹੈ। ਹਰ ਵੇਲੇ ਸਮੁੰਦਰੀ ਤਲ ਦਾ ਨਿਰਮਾਣ ਜਾਰੀ ਹੈ। ਨਿਰਮਾਣਕਾਰੀ ਪਲੇਟ ਦੇ ਵਿੱਚ ਕੀ ਹੈ? ਇਹ ਕੀ ਹੈ? ਪਲੇਟ ਸੀਮਾ ਦੇ ਮਹਾਸਾਗਰ ਦੇ ਸਮੁੰਦਰ ਦੇ ਥੱਲੇ ਮਿਲਦੀ ਹੈ। ਧਰਤੀ ਦੀ ਮੈਟਲ ਪਰਬਤ ਵਿੱਚ ਲਗਾਤਾਰ ਮੈਗਮਾ ਕੀ ਕੱਢ ਰਹੀ ਹੈ? ਬਾਹਰ ਕੱਢ ਰਹੀ ਹੈ। ਮੱਧ ਸਾਗਰੀ ਚੋਟੀਆਂ ਬਣਾਉਂਦੀ ਹੈ। ਸਮੁੰਦਰ ਦਾ ਤਲ ਹਰ ਸਮੇਂ ਨਵੇਂ ਮੈਗਮੇ ਨਾਲ ਠੰਡਾ ਹੋ ਕੇ ਇੱਕ ਦੂਜੇ ਦੇ ਉਲਟ ਦਿਸ਼ਾ ਵੱਲ ਖਿਸਕਦਾ ਰਹਿੰਦਾ ਪਿਆਰੇ ਬੱਚਿਓ। ਅਤੇ ਹਰ ਵੇਲੇ ਸਮੁੰਦਰੀ ਤਲ ਦਾ ਜਿਹੜਾ ਨਿਰਮਾਣ ਹੈ ਹੁੰਦਾ ਰਹਿੰਦਾ ਹੈ। ਹੁਣ ਵਿਨਾਸ਼ਕਾਰੀ ਪਲੇਟ ਪੜ੍ਹਦੇ ਹਾਂ। ਜਦੋਂ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ ਤਾਂ ਵੱਧ ਘਣਤਾ ਵਾਲੀ ਅਤੇ ਜ਼ਿਆਦਾ ਭਾਰ ਵਾਲੀ ਪਲੇਟ ਹਮੇਸ਼ਾ ਹਲਕੀ ਘਣਤਾ ਅਤੇ ਘੱਟ ਭਾਰ ਵਾਲੀ ਪਲੇਟ ਦੇ ਥੱਲੇ ਮੁੜ ਜਾਂਦੀ ਹੈ ਅਤੇ ਹਲਕੇ ਭਾਰ ਵਾਲੀ ਪਲੇਟ ਦੇ ਉੱਪਰ ਵੱਲ ਨੂੰ ਉੱਠ ਜਾਂਦੀ ਹੈ। ਕਿਉਂਕਿ ਭਾਰੀ ਪਲੇਟ ਹੈ, ਪਲੇਟ ਆਪਸ ਵਿੱਚ ਟਕਰਾਉਂਦੀ ਹੈ। ਵੱਧ ਘਣਤਾ ਵਾਲੀ ਜਿਹਦੀ ਡੈਂਸਿਟੀ ਜ਼ਿਆਦਾ ਹੈ, ਜਿਹੜੀ ਭਾਰੀ ਪਲੇਟ ਹੈ, ਵਜਨ ਵਿੱਚ ਜ਼ਿਆਦਾ ਹੈ, ਉਹ ਪਲੇਟ ਕੀ ਹੋਊਗੀ? ਭਾਰੀ ਪਲੇਟ ਹਮੇਸ਼ਾ ਹਲਕੀ ਘਣਤਾ ਅਤੇ ਘੱਟ ਭਾਰ ਵਾਲੀ ਪਲੇਟ ਦੇ ਕਿੱਥੇ ਮੁੜ ਜਾਵੇਗੀ? ਥੱਲੇ ਵੱਲ ਨੂੰ ਮੁੜ ਜਾਂਦੀ ਹੈ। ਅਤੇ ਹਲਕੇ ਭਾਰੀ ਪਲੇਟ ਹੈ ਜਿਹੜੀ ਉੱਪਰ ਨੂੰ ਉੱਠ ਜਾਂਦੀ ਹੈ। ਜਿਹੜੀ ਵਿਨਾਸ਼ਕਾਰੀ ਪਲੇਟਾਂ 'ਚ ਕੀ ਹੈ? ਜਦੋਂ 2 ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਨੇ। ਪਹਿਲੀ ਪਲੇਟ ਕਿਹੜੀ ਸੀ? ਪਹਿਲੀ ਪਲੇਟ ਸਾਡੇ ਕੋਲ ਸੀ ਨਿਰਮਾਣਕਾਰੀ ਪਲੇਟ। ਉਸ ਵਿੱਚ ਕੀ ਸੀ ਕਿ ਸਮੁੰਦਰ ਦੇ ਤਲ ਦੇ ਉੱਤੇ ਮੈਗਮਾ ਨਿਕਲਦਾ ਹੈ। ਮੈਗਮੇ ਦੇ ਵਿੱਚੋਂ ਜਿਹੜੇ ਆਪੋਜਿਟ ਡਾਇਰੈਕਸ਼ਨ ਨੂੰ ਮੈਗਮਾ ਜਿਹੜਾ ਤੁਰਦਾ ਰਹਿੰਦਾ ਹੈ ਅਤੇ ਨਿਰਮਾਣ ਹੈ ਜਿਹੜਾ ਨਵੀਆਂ ਭੂਮਕਿਰਤੀਆਂ ਦਾ ਕਰਦਾ ਹੈ। ਅਤੇ ਵਿਨਾਸ਼ਕਾਰੀ ਪਲੇਟਾਂ ਵਿੱਚ ਕਿੰਨੇ? ਜਦੋਂ 2 ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ। ਹੁਣ ਸਾਡੇ ਕੋਲ ਹੈ ਟਰਾਂਸਫਰ ਪਲੇਟ। ਇਸ ਨੂੰ ਟੁੱਟੀ ਹੋਈ ਪਲੇਟ ਸੀਮਾ ਵੀ ਆਖਿਆ ਜਾਂਦਾ ਹੈ, ਜਿਸ ਦਾ ਨਿਰਮਾਣ 2 ਪਲੇਟਾਂ 'ਚ ਟੁੱਟਣ ਦੀ ਉਲਟੀ ਦਿਸ਼ਾ ਵਿੱਚ ਖਿਸਕਣ ਕਾਰਨ ਬਣਦਾ ਹੈ। ਇਸ ਵਿੱਚ ਨਵੀਆਂ ਪਲੇਟਾਂ ਦਾ ਨਿਰਮਾਣ ਨਹੀਂ ਹੁੰਦਾ। ਹੁਣ ਟਰਾਂਸਫਰ ਪਲੇਟ ਕੀ ਹੋ ਗਿਆ? ਇਸ ਨੂੰ ਟੁੱਟੀ ਹੋਈ ਪਲੇਟ ਸੀਮਾ ਵੀ ਆਖਿਆ ਜਾਂਦਾ ਹੈ। ਇਸ ਦਾ ਨਿਰਮਾਣ 2 ਪਲੇਟਾਂ ਵਿੱਚ ਟੁੱਟਣ ਅਤੇ ਉਲਟੀ ਦਿਸ਼ਾ ਵਿੱਚ ਖਿਸਕਣ ਕਾਰਨ ਹੁੰਦਾ ਹੈ। ਜਦੋਂ 2 ਵਿਨਾਸ਼ਕਾਰੀ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਨੇ, ਉਹ ਟੁੱਟਦੀਆਂ ਨੇ। ਟੁੱਟਣ ਦੇ ਬਾਅਦ ਕੀ ਹੁੰਦਾ ਹੈ? ਉਲਟੀ ਦਿਸ਼ਾ ਵਿੱਚ ਖਿਸਕ ਜਾਂਦੀਆਂ ਨੇ, ਜਿਸ ਕਾਰਨ ਜਿਹੜਾ ਇਹਨਾਂ ਦਾ ਨਿਰਮਾਣ ਹੁੰਦਾ। ਇਸ ਵਿੱਚ ਨਵੀਆਂ ਪਲੇਟਾਂ ਦਾ ਨਿਰਮਾਣ ਨਹੀਂ ਹੁੰਦਾ, ਲੇਕਿਨ ਜਿਹੜੀਆਂ ਪਹਿਲਾਂ ਪਲੇਟਾਂ ਨੇ ਉਹੀ ਟੁੱਟੀਆਂ ਅਤੇ ਆਪੋਜਿਟ ਡਾਇਰੈਕਸ਼ਨ ਵੱਲ ਨੂੰ ਖੜ੍ਹਦੀਆਂ ਨੇ। ਟਰਾਂਸਫਰ ਪਲੇਟ ਕੀ ਹੈ? ਪਲੇਟ ਟੈਕਟੋਨਿਕ ਦੇ ਸਿਧਾਂਤ ਦੇ ਮੁਤਾਬਕ ਕਿਹੜੇ ਸਿਧਾਂਤ? ਹੁਣ ਅਸੀਂ ਟਰਾਂਸਫਰ ਫਾਲਟ ਦੀ ਗੱਲ ਕਰਦੇ ਹਾਂ
किस थ्योरी के मुताबिक प्लेट टैक्टोनिक के सिद्धांत के मुताबिक विनाशकारी प्लेट की सीमा ते दो प्लेटां के टकराउण काਰਨ उस विचले तलछट वल पै के उपर उठ जाता है ਅਤੇ पर्वतों का निर्माण करता। जो दो प्लेटां आपस में टकराउंदियां ने उपर उठ जांदियां ने, एक प्लेट उपर उठ जाती है तो किस चीज़ का निर्माण होगा प्यारे बच्चों? पर्वतों का निर्माण होगा। भारी प्लेट है जी हल्की प्लेट के थले चले जाएगी, इसनूं लुकिया हुआ जोन भी कह सकते हैं। भारत के महान हिमालय पर्वत का निर्माण भी इन्हां कारणों करके होया है। अज भी भारतीय प्लेट तो यूरेशिया प्लेट में धसन की प्रक्रिया जारी है, जिस करके अजे भी हिमालय पर्वत उच्चा हो रहा है। इन्हां दोनों प्लेटों कारण हिमालय पर्वत उच्चा जरूर हो रहा है और नाल ही असीं सानूं भूचाल दे झटके भी कई बार जिहड़े ने महसूस होंदे ने। प्लेट टैक्टोनिक दी ने आपस विच प्लेटां दे टकराउण कारण की हो गया ट्रांसफर फॉल्ट दे विच प्लेट टैक्टोनिक के सिद्धांत के मुताबिक विनाशकारी प्लेट की सीमा ते दो प्लेटां के टकराउण कारण उस विचले तलछट वल पै के उपर उठ जाता है, उपर उठ जाता तो पर्वतों का निर्माण करता है। भारी प्लेट है हल्की प्लेट के थले घुस जाती है, इसनूं लुकिया हुआ जोन भी कहा जाता है। प्यारे बच्चों, भारत के महान पर्वत का निर्माण भी इन्हां कारणों करके होया है। अज भी भारतीय प्लेट के यूरेशिया प्लेट विच की है धसन की प्रक्रिया जारी है, जिस कारण की है हिमालय पर्वत अजे भी उच्चा हो रहा है। माउंटेन्स NL बगस्टन ते W वाटर रियल राही किस दो बहुत ही बड़े विज्ञानियों के नाम ने NL बगस्टन ते W वाटर रियल राही रचित फंडामेंटल ऑफ इकोनॉमिक जोग्राफी अनुसार विच लिखते हैं कि पर्वत धरती का मुख थल स्वरूप है। संपूर्ण धरती के तल ते लगभग 27% भाग ते थल भाग ते 80% फ्रैश वाटर का आउंदा है। UN फूड एंड एग्रीकल्चर ऑर्गेनाइजेशन FAO के मुताबिक अबाउट 12% वर्ल्ड पॉपूलेशन कित्थे रहिंदी है? माउंटेन्स दे विच रहिंदी है। पर असिद्धे तौर पर 50% वर्ल्ड की पॉपूलेशन पर्वतों उत्ते रहिंदी है। किन्ने परसेंट रहिंदी है? इसलिए साडे लई माउंटेन्स की स्टडी करना क्यों जरूरी है कि इस करके कि दुनिया की 12% पॉपूलेशन माउंटेन्स से रहिंदी है, पर सीधे तौर पर जिहड़ी दुनिया की अद्धी पॉपूलेशन है वह माउंटेन्स के उत्ते डिपेंड है। एक क्यों कौन लिखता है? UN फूड एंड एग्रीकल्चर ऑर्गेनाइजेशन के मुताबिक। पर्वत हुण आपां अज दा जिहड़ा पहला असीं विशा पढ़दे हैगे आ, अजे इस ते इंपॉर्टेंट टॉपिक ने लैंडफॉर्म दी असीं वो चीज़ां डिस्कस कीतियां ने। पहला हुण असीं टॉपिक पर्वत है जिहड़ा हिस्सा डिस्कस करते हैं माउंटेन्स, जिसनूं कहा जाता है इंग्लिश विच पर्वत धरातल दे प्रमुख थल रूपां विच सब तो वध महत्व रखते हैं। NA बगस्टन ते W वान रूआन राही रचित नामी पुस्तक पर्वत धरातल का प्रमुख थल स्वरूपां विच मुख हुंदे हन, जिहड़े संपूर्ण धरती के धरातल का 27% भाग विच फैले हुए हैं। कौन कह रहा है बच्चों? इन्हां विज्ञानियों के नाम ने NA बगस्टन W वान रूआन। इन्हां दी किहड़ी किताब पुस्तक जी? पर्वत धरातल के मुख थल स्वरूपां विच। इन्हां दे नाम ने अपनियां कापियां उत्ते अपनी नोटबुक उत्ते नोट कर लवो। जिहड़े संपूर्ण धरती के किन्ने परसेंट ने? 27% भाग विच फैले हुए हैं। पर्वत की परिभाषा किसी भी सधारण जे असीं व्यक्ति को पुछे कि पहाड़ की हैं तो की कहेगा? पर्वत धरातल का धरती का वो भाग हैं जिन्हां दा आधार बहुत तिखा हुंदा है अते समुद्री तल तो लगभग 1000 मीटर की ऊंचाई 1000 मीटर की ऊंचाई हुंदा है। आम व्यक्ति लिए 900 मीटर की ऊंचाई घट ऊंचाई वाली तिखियां ढलानां अते चौड़े आधार वाले थल स्वरूप नूं पहाड़ियां ते वध ऊंचाई वाले भाग नूं पर्वत आख्या जाता है। हुण इसे गल नूं आ बच्चे नोट करो एक गल नूं, पर्वत की धरातल का वो भाग ने जिन्हां दा आधार बहुत तिखियां हुंदा है। तिखियां जिहड़ियां आधार बहुत अते समुद्री तल तो लगभग 1000 मीटर तकरीबन 1000 मीटर की ऊंचाई हुंदी है। पर आम व्यक्ति की कहता कि 900 मीटर तो घट ऊंचाई वाली तिखियां ढलानां वाले ते चौड़े आधार वाले ढलान तिखी होवे अते आधार जिसका चौड़ा होवे उस थल स्वरूप नूं भी पहाड़ियां अते वध ऊंचाई वाले भाग नूं पर्वत आख दिता जाता है। कौन ये गल कहता है? जिहड़ा कि आम व्यक्ति है
ਜਿਸ ਦਾ ਸੰਬੰਧ ਜੀਓਗ੍ਰਾਫੀ ਨਾਲ ਨਹੀਂ ਹੈ, ਵਿਗਿਆਨਕ ਨਹੀਂ ਹੈ। ਟਾਈਪਸ ਆਫ ਮਾਊਂਟੇਨਸ ਵਿਦ ਕਰੈਕਟਰ। ਹੁਣ ਅਸੀਂ ਪੜ੍ਹਦੇ ਹਾਂ ਕਿ ਸਾਡੇ ਕੋਲੇ ਮਾਊਂਟੇਨਸ ਨੇ, ਉਹਨਾਂ ਦੀਆਂ ਕਿੰਨੀਆਂ ਕਿਸਮਾਂ ਨੇ, ਕੀ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੇ, ਇਹਨਾਂ ਵਿੱਚ ਹੁਣ ਅਸੀਂ ਜ਼ਿਕਰ ਕਰਦੇ ਹਾਂ। ਪਰਬਤਾਂ ਦਾ ਵਰਗੀਕਰਨ। ਹੁਣ ਜਦੋਂ ਅਸੀਂ ਪਰਬਤਾਂ ਦਾ ਵਰਗੀਕਰਨ ਕਰਦੇ ਹਾਂ, ਕੀ ਵਰਗੀਕਰਨ ਮਨ ਕਲਾਸੀਫਿਕੇਸ਼ਨ ਕਰਦੇ ਹਾਂ ਕਿ ਪਰਬਤ ਕਿੰਨੇ ਤਰ੍ਹਾਂ ਦੇ ਨੇ। ਪਿਆਰੇ ਬੱਚਿਓ, ਇਹਦੇ ਵਿੱਚ ਬੜੀ ਹੀ ਇੰਟਰਸਟਿੰਗ ਜਿਹੜਾ ਟੌਪਿਕ ਹੈ ਉਹ ਸਟਾਰਟ ਹੋਣ ਲੱਗਿਆ। ਧਰਤੀ ਪੇਪੜੀ 'ਤੇ ਮਿਲਣ ਵਾਲੇ ਪਰਬਤ, ਹਰ ਪਰਬਤ ਇੱਕ ਸਮਾਨ ਨਹੀਂ ਹੁੰਦੇ। ਸਾਨੂੰ ਦੇਖਣ ਵਿੱਚ ਜਿਹੜੇ ਪਹਾੜ ਦਿਖਦੇ ਨੇ, ਇਹ ਸਾਰੇ ਪਹਾੜ ਕੀ ਨੇ, ਇੱਕੋ ਜਿਹੇ ਨਹੀਂ ਹੁੰਦੇ। ਜਿਸ ਤਰ੍ਹਾਂ ਕਿ ਬਾਕੀ ਚੀਜ਼ਾਂ ਵਿੱਚ ਕੁਦਰਤ ਨੇ ਡਿਫਰੈਂਸ ਪੈਦਾ ਕੀਤਾ ਹੈ, ਉਸੇ ਤਰ੍ਹਾਂ ਪਹਾੜਾਂ ਵਿੱਚ ਵੀ ਹੈ। ਕਈਆਂ ਦੀ ਪਰਬਤ ਲੜੀਆਂ ਦੇ ਹੋਣ ਦੇ ਨਾਲ ਹਰ ਸਮਾਨ ਹੁਣ ਗੱਲ ਤਾਂ ਛੱਡੋ, ਇੱਕ ਹੀ ਪਰਬਤਮਾਲਾ ਦੀਆਂ ਪਰਬਤ ਦੀਆਂ ਚਟਾਨਾਂ ਦੀ ਰਚਨਾ, ਉਤਪੱਤੀ, ਭੂ ਵਿਗਿਆਨ, ਇਤਿਹਾਸ, ਉਚਾਈਆਂ ਵੱਖ ਵੱਖਰੀਆਂ ਹੁੰਦੀਆਂ ਨੇ। ਇੱਕ ਹੀ ਪਰਬਤਮਾਲਾ ਦੀਆਂ ਕੀ ਕਿਹਾ, ਇੱਕ ਹੀ ਪਰਬਤ ਲੜੀਆਂ ਹੋਣ ਦੇ ਸਮਾਨ ਦੇ ਵਿੱਚ ਵੀ ਪਰਬਤਮਾਲਾ ਦੇ ਪਰਬਤਾਂ ਦੀਆਂ ਚਟਾਨਾਂ ਦੀ ਰਚਨਾ, ਪਰਬਤਾਂ ਦੀਆਂ ਚਟਾਨਾਂ ਦੀ ਰਚਨਾ, ਉਤਪੱਤੀ, ਭੂ ਵਿਗਿਆਨ ਦਾ ਇਤਿਹਾਸ, ਉਚਾਈਆਂ ਵੱਖ ਵੱਖਰੀਆਂ ਹੁੰਦੀਆਂ ਨੇ। ਅਜਿਹੀ ਅਵਸਥਾ ਵਿੱਚ ਪਰਬਤਾਂ ਦਾ ਵਰਗੀਕਰਨ ਦੋ ਤਰੀਕਿਆਂ ਅਨੁਸਾਰ ਕੀਤਾ ਜਾ ਸਕਦਾ ਹੈ। ਪਰਬਤਾਂ ਦਾ ਵਰਗੀਕਰਨ, ਪਰਬਤਾਂ ਦਾ ਕਲਾਸੀਫਿਕੇਸ਼ਨ ਦੋ ਤਰੀਕਿਆਂ ਨਾਲ ਕੀਤਾ ਜਾਣਾ। ਪਹਿਲਾ ਹੈ ਸਥਿਤੀ ਦੇ ਮੁਤਾਬਕ। ਪਹਿਲਾਂ ਅਸੀਂ ਆਪਾਂ ਸਥਿਤੀ ਦੇ ਮੁਤਾਬਕ ਕਰਦੇ ਹਾਂ। ਪਰਬਤਾਂ ਨੂੰ ਸਥਿਤੀ ਅਨੁਸਾਰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਲੋਕੇਸ਼ਨ ਦੇ ਮੁਤਾਬਕ ਕਿੱਥੇ ਹੈਗੇ ਨੇ, ਮਹਾਦੀਪੀ ਪਰਬਤ ਅਤੇ ਤਟਵਰਤੀ ਪਰਬਤ। ਮਹਾਦੀਪੀ ਪਰਬਤਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਤਟਵਰਤੀ ਪਰਬਤ ਪਹਿਲਾਂ ਅਸੀਂ ਪੜ੍ਹਦੇ ਹਾਂ ਸਥਿਤੀ ਅਨੁਸਾਰ। ਪਰਬਤਾਂ ਨੂੰ ਸਥਿਤੀ ਅਨੁਸਾਰ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ। ਮਹਾਦੀਪੀ ਪਰਬਤ, ਮਹਾਦੀਪੀ ਪਰਬਤਾਂ ਨੂੰ ਫਿਰ ਅਸੀਂ ਅੱਗੇ ਦੋ ਭਾਗਾਂ ਵਿੱਚ ਵੰਡਦੇ ਹਾਂ। ਪਹਿਲਾਂ ਉਹਦੇ ਵਿੱਚ ਆ ਜਾਂਦਾ ਤਟਵਰਤੀ ਪਰਬਤ, ਜਿਹੜੇ ਨਾਮ ਤੋਂ ਸਪਸ਼ਟ ਹੈ ਕਿ ਜਿਹੇ ਪਰਬਤ ਤਟਵਰਤੀ ਖੇਤਰਾਂ ਵਿੱਚ ਸਥਿਤ ਹੁੰਦੇ ਆ। ਉੱਥੇ ਜਿਹੜੇ ਸਮੁੰਦਰ ਦੇ ਕਿਨਾਰੇ ਨੇ, ਜਿਵੇਂ ਐਪਲੇਸ਼ੀਅਨ ਹੋ ਗਿਆ, ਰਾਕੀਜ਼ ਹੋ ਗਿਆ, ਐਲਪਾਈਨ ਹੋ ਗਿਆ, ਭਾਰਤ ਦਾ ਪੂਰਬੀ ਅਤੇ ਪੱਛਮੀ ਘਾਟ ਹੋ ਗਏ। ਤਟਾਂ ਦੇ ਨਾਲ ਸਮੁੰਦਰ ਦੇ ਕਿਨਾਰੇ ਵਸੇ ਕਿਨਾਰੇ ਜਿਹੜੇ ਪਹਾੜ ਹਨ, ਉਹਨਾਂ ਨੂੰ ਅਸੀਂ ਤਟਵਰਤੀ ਪਰਬਤ, ਤਟਵਰਤੀ ਮਾਊਂਟੇਨਸ ਕਿਹਾ ਜਾਂਦਾ। ਉਹਨਾਂ ਵਿੱਚ ਕਿਹੜੇ ਕਿਹੜੇ ਮਹੱਤਵਪੂਰਨ ਆ ਜਾਂਦੇ ਨੇ, ਐਪਲੇਸ਼ੀਅਨ ਪਰਬਤ ਆ ਗਿਆ, ਰਾਕੀਜ਼ ਪਰਬਤ ਹੋ ਗਿਆ, ਐਲਪਾਈਨ ਹੋ ਗਿਆ, ਭਾਰਤੀ ਪੂਰਬੀ ਅਤੇ ਪੱਛਮੀ ਘਾਟ ਹੋ ਗਏ। ਅੰਦਰੂਨੀ ਪਰਬਤ, ਮਹਾਂਦੀ ਭੂਮੀਆਂ ਵਿਚਕਾਰ ਮਿਲਣ ਵਾਲੇ ਪਰਬਤਾਂ ਨੂੰ ਅੰਦਰੂਨੀ ਪਰਬਤ ਆਖਿਆ ਜਾਂਦਾ ਹੈ। ਇਸ ਕਿਸਮ ਦੇ ਪਰਬਤਾਂ ਵਿੱਚ ਰੂਸ ਦਾ ਯੂਰਾਲ, ਯੂਰਪ ਦਾ ਵੈਲਸਾਜ ਅਤੇ ਬਲੈਕ ਫੋਰੈਸਟ, ਏਸ਼ੀਆ ਦੇ ਹਿਮਾਲਿਆ ਆਦਿ ਹੁੰਦੇ ਨੇ। ਅੰਦਰੂਨੀ ਪਰਬਤ ਮਹਾਂਦੀਪੀ ਭੂਮੀਆਂ ਦੇ ਵਿਚਕਾਰ ਮਿਲਣ ਵਾਲੇ ਪਰਬਤ। ਦੇਖੋ ਹੁਣ ਮਹਾਂਦੀਪ ਭੂਮੀਆਂ ਦੇ ਵਿਚਕਾਰ ਕੋਣ, ਹਿਮਾਲਿਆ ਪਰਬਤ, ਇਹ ਵਿਚਾਲੇ ਆ ਜਾਂਦਾ ਹੈ। ਜਦੋਂ ਕਿ ਪੂਰਬੀ ਅਤੇ ਪੱਛਮੀ ਘਾਟ ਇਹ ਸਮੁੰਦਰ ਦੇ ਕਿਨਾਰੇ ਆ ਜਾਂਦੇ ਨੇ। ਮਹਾਸਾਗਰੀ ਪਰਬਤ, ਮਹਾਸਾਗਰੀ ਪਰਬਤ ਆਮ ਤੌਰ 'ਤੇ ਸਮੁੰਦਰੀ ਤਲ ਤੋਂ ਨੀਵੇਂ ਹੁੰਦੇ ਹਨ ਅਤੇ ਕਦੇ-ਕਦੇ ਸਮੁੰਦਰੀ ਤਲ ਤੋਂ ਉੱਚੇ ਵੀ ਹੋ ਜਾਂਦੇ ਹਨ। ਮਹਾਸਾਗਰੀ ਪਰਬਤ ਮਹਾਦੀਪੀ ਸ਼ੈਲਫ ਅਤੇ ਮਹਾਸਾਗਰੀ ਫਰਮ 'ਤੇ ਸਥਿਤ ਹੁੰਦੇ ਹਨ। ਮਹਾਸਾਗਰੀ ਪਰਬਤਾਂ ਦੀ ਉਚਾਈ ਸਮੁੰਦਰੀ ਤਲ ਦੇ ਸਥਾਨ 'ਤੇ ਮਹਾਸਾਗਰੀ ਫਰਸ਼ਾਂ 'ਤੇ ਮਾਪੀ ਜਾਂਦੀ ਹੈ। ਕਈਆਂ ਦੀ ਉਚਾਈ ਮਾਊਂਟ ਐਵਰੈਸਟ ਤੋਂ ਵੀ ਜ਼ਿਆਦਾ ਹੋਵੇਗੀ। ਉਦਾਹਰਨ ਲਈ ਜੇ ਅਸੀਂ ਗੱਲ ਕਰੀਏ ਹਵਾਈ ਦੀਪ 'ਤੇ ਮੌਨਾ ਕੇ ਨਾਮੀ ਜਵਾਲਾਮੁਖੀ ਪਰਬਤ ਸਮੁੰਦਰੀ ਤਲ ਤੋਂ 4200 ਮੀਟਰ ਹੀ ਉੱਚੇ ਹਨ, ਪਰੰਤੂ ਮਹਾਸਾਗਰ ਫਰਸ਼ਾਂ 'ਤੇ ਇਹਨਾਂ ਦੀ ਉਚਾਈ 9140 ਮੀਟਰ ਤੋਂ ਵੀ ਜ਼ਿਆਦਾ ਹੁੰਦੀ ਹੈ। ਇੱਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਮਹਾਸਾਗਰੀ ਪਰਬਤ ਆਮ ਤੌਰ 'ਤੇ ਜਵਾਲਾਮੁਖੀ ਪਰਬਤ ਹੁੰਦੇ ਹਨ। ਨਿਰਮਾਣ ਦੇ ਆਧਾਰ ਦੇ ਤਰੀਕੇ ਅਨੁਸਾਰ, ਹੁਣ ਨਿਰਮਾਣ ਦੇ ਆਧਾਰ ਦੇ ਉੱਤੇ ਹੈਗਾ। ਪਹਿਲਾ ਤਰੀਕਾ ਅਸੀਂ ਕਰ ਲਿਆ ਸਥਿਤੀ ਦੇ ਮੁਤਾਬਕ ਕਿ ਉਹ ਸਥਿਤੀ ਕਿੱਥੇ ਹੈ, ਸਮੁੰਦਰ ਦੇ ਕਿਨਾਰੇ ਹੈ ਜਾਂ ਮਹਾਸਾਗਰਾਂ ਦੇ ਵਿਚਕਾਰ ਹੈ। ਹੁਣ ਨਿਰਮਾਣ ਦੇ, ਪਰਬਤਾਂ ਦਾ ਨਿਰਮਾਣ ਅਤੇ ਵਿਕਾਸ ਲਈ ਅਨੇਕ ਸ਼ਕਤੀਆਂ ਅਤੇ ਪ੍ਰਕਿਰਿਆ ਰਾਹੀਂ ਯੋਗਦਾਨ ਪਾਇਆ ਜਾਂਦਾ ਹੈ। ਨਿਰਮਾਣ ਦੇ ਤਰੀਕਿਆਂ ਨੂੰ ਆਧਾਰ ਬਣਾ ਕੇ ਪਰਬਤਾਂ ਨੂੰ ਮੁੱਖ ਰੂਪ ਵਿੱਚ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਮੌਲਿਕ ਅਵਸ਼ਿਸ਼ਟ ਪਰਬਤ ਵਿੱਚ ਵੰਡਿਆ ਜਾਂਦਾ ਹੈ।
ਪਹਿ ਲਿਆ ਨੇ ਟੈਕਟੋਨਿਕ ਪਰਬਤ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ। ਇਹ ਨਿਰਮਾਣ ਦੇ ਆਧਾਰ 'ਤੇ ਬੇਟੇ ਅਸੀਂ ਪੜ੍ਹ ਰਹੇ ਹਾਂ। ਟੈਕਟੋਨਿਕ ਪਰਬਤਾਂ ਦੀ ਉਤਪਤੀ ਭੂਮੀ ਗਰਭ ਸ਼ਕਤੀਆਂ ਕਰਕੇ ਹੋਂਦ ਵਿੱਚ ਆਈ ਹੈ। ਸੰਪੀੜਨ ਅਤੇ ਤਣਾਅ ਸ਼ਕਤੀਆਂ ਕਰਕੇ ਹੋਂਦ ਵਿੱਚ ਆਈ। ਸੰਪੀੜਨ ਅਤੇ ਤਣਾਅ ਸ਼ਕਤੀਆਂ ਕਾਰਨ ਹੋਂਦ ਵਿੱਚ ਆਈ ਹੈ। ਨੋਟ ਕਰ ਲਵੋ ਪਿਆਰੇ ਬੱਚਿਓ, ਟੈਕਟੋਨਿਕ ਪਰਬਤਾਂ ਨੂੰ ਨਿਰਮਾਣਕਾਰੀ ਸ਼ਕਤੀਆਂ ਅਨੁਸਾਰ ਫਿਰ ਅੱਗੇ 4 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਵਾਲਦਾਰ ਪਰਬਤ। ਵਾਲਦਾਰ ਪਰਬਤ ਜਾਂ ਨਿਰਮਾਣ ਧਰਾਤਲ ਉੱਤੇ ਵੱਲ ਜਾਂ ਮੋੜ ਪੈਣ ਕਾਰਨ ਹੁੰਦਾ ਹੈ। ਇਸ ਕਿਸਮ ਦੇ ਪਰਬਤਾਂ ਦਾ ਨਿਰਮਾਣ ਕਿਹਦੇ ਲਈ ਹੁੰਦਾ? ਧਰਤੀ ਦੀਆਂ ਲੇਟਵੀਆਂ ਗਤੀਆਂ ਜ਼ਿੰਮੇਵਾਰ ਹੁੰਦੀਆਂ ਨੇ। ਵਾਲਦਾਰ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਪਰਬਤ ਹਨ। ਵਾਲਦਾਰ ਪਰਬਤਾਂ ਨੂੰ ਉਹਨਾਂ ਦੀ ਉਮਰ ਅਨੁਸਾਰ ਅੱਗੇ 2 ਭਾਗਾਂ ਵਿੱਚ ਅਸੀਂ ਫੇਰ ਵੰਡਦੇ ਹਾਂ, ਪ੍ਰਾਚੀਨ ਵਾਲਦਾਰ ਪਰਬਤ ਅਤੇ ਨਵੀਨ ਵਾਲਦਾਰ ਪਰਬਤ। ਫੋਲਡ ਮਾਊਂਟੇਨਸ ਨੂੰ ਕਿੰਨੇ ਭਾਗਾਂ 'ਚ ਵੰਡ ਲਿਆ? 2, ਪ੍ਰਾਚੀਨ ਅਤੇ ਨਵੀਨ। ਇਹਨਾਂ ਪ੍ਰਾਚੀਨ ਵਾਲਦਾਰ ਪਰਬਤ ਇਹਨਾਂ ਪਰਬਤਾਂ ਵਿੱਚ ਪੂਰਵ ਕੈਂਬਰੀਅਨ ਅਤੇ ਕੈਲਡੋਨੀਅਨ ਯੁੱਗਾਂ ਦੇ ਪਰਬਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹਨਾਂ ਨੂੰ ਵਿਸ਼ਾਲ ਪਰਬਤ ਵੀ ਕਿਹਾ ਜਾਂਦਾ ਹੈ। ਨਵੀਨ ਟਰਸ਼ਰੀ ਕਾਲ ਦੇ ਪਰਬਤਾਂ ਨੂੰ ਨਵੀਨ ਵਾਲਦਾਰ ਪਰਬਤ ਕਿਹਾ ਜਾਂਦਾ ਹੈ। ਇਸ ਵਿੱਚ ਐਂਡੀਜ਼ ਅਤੇ ਹਿਮਾਲਿਆ ਵੀ ਆ ਜਾਂਦੇ ਹਨ। ਹੁਣ ਇਹਦੇ ਵਿੱਚ ਪਿਆਰੇ ਬੱਚੇ ਨੋਟ ਕਰੋ ਕਿ ਪ੍ਰਾਚੀਨ ਜਿਹੜੇ ਪਰਬਤ ਹੈ ਉਸ ਪੂਰਵ ਕੈਂਬਰੀਅਨ ਅਤੇ ਕੈਲਡੋਨੀਅਨ ਯੁੱਗਾਂ ਦੇ ਪਰਬਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਨਵੀਨ ਦੇ ਵਿੱਚ ਟਰਸ਼ਰੀ ਕਾਲ ਦੇ ਪਰਬਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਠੀਕ ਹੋ ਗਿਆ। ਟਰਸ਼ਰੀ ਕਾਲ ਦੇ ਪਰਬਤ ਕਿਹੜੇ ਹੋ ਗਏ? ਐਂਡੀਜ਼ ਹੋ ਗਿਆ, ਹਿਮਾਲਿਆ ਪਰਬਤ ਹੋ ਗਏ। ਹੁਣ ਲੋਕੇਸ਼ਨ ਦੇ ਜੇ ਅਸੀਂ ਫੋਲਡ ਮਾਊਂਟੇਨ 'ਤੇ ਕਰੀਏ ਤਾਂ ਜਿਹੜਾ ਇਸ ਦਾ ਰੈੱਡ ਪੋਰਸ਼ਨ ਜਿੱਥੇ ਦਿਖ ਰਿਹਾ ਹੈ, ਇੱਥੇ ਜਿਹੜੇ ਨੇ ਫੋਲਡ ਮਾਊਂਟੇਨਸ ਜਿਹੜੇ ਦੁਨੀਆ ਦੇ ਵਿੱਚ ਸਥਿਤ ਹਨ। ਇਹ ਲੋਕੇਸ਼ਨ ਹੈ ਸਾਡੇ ਕੋਲੇ ਫੋਲਡ ਮਾਊਂਟੇਨ ਨੂੰ। ਜੇ ਅਸੀਂ ਇੱਕ ਨਜ਼ਰ ਵਿੱਚ ਦੇਖੀਏ ਕਿ ਧਰਤੀ ਦੇ ਵਿੱਚ ਕਿੱਥੇ ਫੋਲਡ ਮਾਊਂਟੇਨਸ ਪਏ ਨੇ ਤਾਂ ਇਹਨਾਂ ਜਗ੍ਹਾ ਦੇ ਵਿੱਚ ਫੋਲਡ ਮਾਊਂਟੇਨਸ ਦੇ ਉੱਤੇ ਸਟੱਡੀ ਕਰਨਾ। ਫੋਲਡ ਮਾਊਂਟੇਨ ਆਰ ਲੋਕੇਟਡ ਅਲੋਂਗ ਕਨਵਰਜੈਂਟ ਪਲੇਟ ਐਂਡ ਬਾਉਂਡਰੀ। ਹੁਣ ਜਿੱਥੇ ਕਨਵਰਜੈਂਟ ਪਲੇਟ ਹੋਏਗੀ ਉਹਨਾਂ ਦੀਆਂ ਬਾਉਂਡਰੀਜ਼ ਹੋਣਗੀਆਂ, ਉੱਥੇ ਕੀ ਆਏਗਾ? ਫੋਲਡ ਮਾਊਂਟੇਨ ਆਏਗਾ। ਇਹ ਪਿਆਰੇ ਬੱਚਿਓ ਇਸ ਚੀਜ਼ ਨੂੰ ਨੋਟ ਕਰ ਲਓ ਕਿ ਫੋਲਡ ਮਾਊਂਟੇਨ ਕਿੱਥੇ ਮਿਲੇਗਾ? ਫੋਲਡ ਮਾਊਂਟੇਨਸ ਆਰ ਲੋਕੇਟਡ ਅਲੋਂਗ ਕਨਵਰਜੈਂਟ ਪਲੇਟ ਬਾਉਂਡਰੀਜ਼। ਕਨਵਰਜੈਂਟ ਪਲੇਟ ਦੀ ਬਾਉਂਡਰੀ ਦੇ ਉੱਤੇ ਇਹ ਸਾਨੂੰ ਮਿਲੇਗਾ। ਜਿਓਗ੍ਰਾਫੀਕਲ ਹਿਸਟਰੀ ਨੂੰ ਜੇ ਅਸੀਂ ਪੜ੍ਹੀਏ ਤਾਂ ਓਲਡੈਸਟ ਮਾਊਂਟੇਨਸ ਇਨ ਇੰਡੀਆ ਦੇ ਵਿੱਚ ਅਰਾਵਲੀ ਪਰਬਤ ਹੈ। ਅਰਾਵਲੀ ਰੇਂਜ ਹੈ ਜਿਹੜੀ ਸਾਡੇ ਕੋਲੇ, ਇਹ ਏਸ਼ੀਅੰਟ ਮਾਊਂਟੇਨਸ ਦੀ ਓਲਡੈਸਟ ਰੇਂਜ ਦੇ ਵਿੱਚੋਂ ਆਉਂਦੇ ਨੇ। ਓਲਡ ਮਾਊਂਟੇਨਸ ਹੈ। ਨੈਚੁਰਲ ਹਿਸਟਰੀ ਆਫ ਅਰਾਵੀਅਲ ਰੇਂਜ ਕੀ ਕਹਿੰਦੀ ਹੈ? ਡੇਟ ਬੈਕ ਕਦੋਂ ਜਾਂਦੀ ਹੈ? ਜਦੋਂ ਇੰਡੀਅਨ ਪਲੇਟ ਉਸ ਵੇਲੇ ਹੋਂਦ ਵਿੱਚ ਆਈ, ਪਲੇ ਬੈਕ ਟੂ ਜਦੋਂ ਯੂਰੇਸ਼ੀਅਨ ਪਲੇਟ ਤੋਂ ਅਲੱਗ ਹੋਈ, ਪਲੇਟ ਬਾਈ ਓਸ਼ਨਸ ਦੇ ਨਾਲ। ਬਲਾਕ ਪਰਬਤ, ਇਹਨਾਂ ਦਾ ਨਿਰਮਾਣ ਧਰਤੀ ਦੀ ਖਿਤਿਜ ਗਤੀ ਕਰਕੇ ਤਣਾਅ ਤੇ ਸੰਪੀੜਨ ਸ਼ਕਤੀਆਂ ਕਰਕੇ ਹੋਇਆ। ਧਰਤੀ ਤੇ ਤਣਾਅ ਪੈਦਾ ਹੋਣ ਨਾਲ ਧਰਾਤਲ ਤੇ ਦਰਾੜਾਂ ਤੇ ਭੱਜਣ ਨਾਲ ਪੈਦਾ ਹੋਇਆ ਅਤੇ ਥਲ ਮੰਡਲ ਸਨਦ ਵਿੱਚ ਵੀ ਹੋਇਆ। ਗੁੰਬਦਕਾਰ ਪਰਬਤ, ਜਦੋਂ ਧਰਤੀ ਦੇ ਕੇਂਦਰ ਵਿੱਚ ਕੋਈ ਹਿਲਚਲ ਪੈਦਾ ਹੁੰਦੀ ਹੈ ਤੇ ਧਰਤੀ ਅੰਦਰੂਨੀ ਗਰਮ ਅਤੇ ਮੈਗਮਾ ਤਰਲ ਰੂਪ ਧਾਰਨ ਕਰਕੇ ਭੂਮੀ ਗਰਭ ਤੋਂ ਬਾਹਰ ਆਉਣ ਦਾ ਯਤਨ ਕਰਦੀ ਹੈ, ਜਿਸ ਕਾਰਨ ਧਰਾਤਲ ਉੱਪਰਲੀਆਂ ਚਟਾਨਾਂ ਤੇ ਹੇਠਾਂ ਤੋਂ ਦਬਾਅ ਵੱਧ ਜਾਂਦਾ ਹੈ, ਜਿਸ ਕਾਰਨ ਉੱਭਰ ਜਾਂਦਾ ਹੈ ਤੇ ਇਸ ਨੂੰ ਗੁੰਬਦਕਾਰ ਪਰਬਤ ਵੀ ਆਖਿਆ ਜਾਂਦਾ ਹੈ। ਸੰਗ੍ਰਹਿ ਪਰਬਤ, ਇਸ ਕਿਸਮ ਦੇ ਪਰਬਤਾਂ ਦੀ ਉਤਪਤੀ ਧਰਾਤਲੀ ਲਾਵੇ ਅਤੇ ਪਦਾਰਥਾਂ ਦੇ ਸੰਗ੍ਰਹਿ ਰਾਹੀਂ ਹੁੰਦੀ ਹੈ। ਜਵਾਲਾਮੁਖੀ ਵਿਸਫੋਟ ਰਾਹੀਂ, ਬਾਹਰ ਆਏ ਪਦਾਰਥਾਂ ਰਾਹੀਂ, ਨਿਰਮਾਤਾਵਾਂ ਰਾਹੀਂ ਜਵਾਲਾਮੁਖੀ ਪਰਬਤਾਂ ਦੀ ਰਚਨਾ ਹੁੰਦੀ ਹੈ, ਜਿਸ ਕਰਕੇ ਇਹਨਾਂ ਨੂੰ ਜਵਾਲਾਮੁਖੀ ਪਰਬਤ ਵੀ ਆਖਿਆ ਜਾਂਦਾ। ਬਲੌਕ ਮਾਊਂਟੇਨਸ ਕਰਦੇ ਹਾਂ। ਦੇਖੋ ਬਲੌਕ ਮਾਊਂਟੇਨਸ ਕੀ ਆ? ਫੋਰਮਡ ਵੈਨ ਲਾਰਜ ਏਰੀਆ ਔਰ ਬਲੌਕਸ ਆਫ ਅਰਥ ਆਰ ਬ੍ਰੋਕਨ ਐਂਡ ਸਬਸੈਂਟ ਵਰਟੀਕਲੀ। ਟੁੱਟਦੇ ਨੇ ਬਲੌਕ ਮਾਊਂਟੇਨਸ ਨੇ ਜਿਹੜੇ, ਕਿਹਦੇ ਨਾਲ ਟੁੱਟਦੇ ਨੇ? ਬਲੌਕ ਮਾਊਂਟੇਨਸ ਫੋਰਮਡ ਵੈਨ ਲਾਰਜ ਏਰੀਆ ਔਰ ਬਲੋਕ ਆਫ ਅਰਥ, ਧਰਤੀ ਦਾ ਲਾਰਜ ਏਰੀਆ ਬ੍ਰੋਕ ਕਰਦਾ ਵਰਟੀਕਲੀ। ਦਾ ਅਪਲਿਫਟਮੈਂਟ ਏਰੀਆ ਕਿਸੇ ਕਹਿੰਦੇ ਹੋਸਟ ਤੇ ਦੂਸਰੇ ਨੂੰ ਗ੍ਰੈਬਨ ਆਖਿਆ ਜਾਂਦਾ ਹੈ। ਡੂਮ ਮਾਊਂਟੇਨਸ ਕੀ ਹੈ? ਡੂਮ ਮਾਊਂਟੇਨਸ ਆਰ ਲਾਰਜਲੀ ਰਿਜ਼ਲਟ ਆਫ ਗ੍ਰੇਟ ਅਮਾਊਂਟ ਆਫ ਮੈਲਟਡ ਰੌਕ। ਮੈਲਟਡ ਰੌਕ ਜਦੋਂ ਆ ਗਿਆ ਥੱਲੇ, ਪੁਸ਼ਡ ਬਾਏ ਅਪ ਅੰਡਰ ਦਾ ਕਰਸਟ ਵਿਦਆਊਟ ਐਕਚੁਅਲੀ ਰਪਟਿੰਗ ਇਨਟੂ, ਜਦੋਂ ਬਹੁਤ ਸਾਰਾ ਜਿਹੜਾ ਮੈਗਮਾ ਹੈ ਧਰਤੀ ਦੀ ਚਟਾਨਾਂ ਦੀ ਥੱਲੇ ਇਕੱਠਾ ਹੋ ਜਾਂਦਾ ਹੈ, ਕਿਸੇ ਥੱਲੇ ਅਮਾਊਂਟ ਆਫ ਮੈਲਟਡ ਰੌਕ ਮੈਗਮਾ
ਤਾਂ ਬਾਹਰ ਨਹੀਂ ਆ ਸਕਦਾ, ਤਾਂ ਧਰਤੀ ਦੀ ਚਟਾਨਾਂ ਨੂੰ ਉੱਪਰ ਨੂੰ ਚੱਕ ਦਿੰਦਾ ਹੈ। ਜਿਸ ਤਰ੍ਹਾਂ ਇਹ ਇਸ ਪੋਰਸ਼ਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਡੂਮ ਏਰੀਆ, ਤਾਂ ਡੂਮ ਪਰਬਤ ਦਾ ਨਿਰਮਾਣ ਹੁੰਦਾ। ਡੂਮ ਕੀ ਹਾਇਰ ਦੈਨ ਸਰਾਊਂਡਿੰਗ, ਇਰੋਜ਼ਨ ਬਾਈ ਵਿੰਡ ਐਂਡ ਰੇਨ ਅਕਰਡ ਐਟ ਦਾ ਟॉप। फॉर्मेशन ऑफ वोल्केनो माउंटेन, मैग्मा राइजेज थ्रू ए वेंट, मैग्मा निकलता है, लावा हॉट मड एंड आशेज गो एनीवेयर। जो लावा निकलता है, लावे दे विचों मड निकलती है, स्वाह निकलती है। वैन लावा फ्लो आउट ऑन द सरफेस इट कूल एंड हार्ड। जो की है पहली स्टेज विच की है लावा बाहर निकलिया, दूजी स्टेज विच की है कूल हो गया, तीजे मोर लावा कम्स आउट अराउंड द वेंट एंड फॉर्मड ए कॉन शेप्ड माउंटेन्स। कॉन शेप्ड माउंटेन का निर्माण करता। पहली स्टेज की होंगे लावा वेंट बाहर निकलता है, हॉट लावा मड बाहर आती है, आशीष बाहर स्वाह नाल आती है, दूजे विचों ठंडा होंदा है, तीजे विचों कोन की जिहड़ी शक्ल धारण कर लेता है। ट्विस्ट पर्बत पहला तो होंद विच आए किसी भी किस्म के पर्बतां दे अपरदन होने के फलसरूप उत्पन्न हुए पर्बतां नूं अवशिष्ट पर्बत आख्या जाता है। संसार के सब तो उच्चे बलदार पर्बतां नूं अनंत काल विच अनवरण कर दिता जाता है। पर्बतां की महत्ता, पर्बत किसी भी इलाके की जलवायु नूं निर्धारित करने लई महत्वपूर्ण योगदान पाउंदे हन। दरियाई पर्बतां विच ही जन्म लैंदे ने, दरिया पर्बतां विच जन्म लैंदे हन। इस पानी नूं सिंचाई अते बिजली की उत्पत्ति लई वरतिया जाता है। नदियां अपने नाल मिट्टी आदि वस्तुओं खुरच के लै जांदियां हन, जिस करके मैदान उपजाऊ हो जाते हैं। पर्बतां तो अनेक प्रकार के गुणकारी जड़ी बूटियां भी मिलदियां ने, जिन्हां तो दवाइयां बनाईयां जा सकदियां ने। मनुखी जाति जंगली जानवरों का शिकार करके उन्हां दा मांस, खल्लां ते ਸਿੰਘਾਂ नूं भी वरतों विच लिआउंदी रही है। पर्वती प्रदेशों में अनेकां ही खनिज पदार्थ बाहर कढ़े जाते हैं। पुराने वक्त विच तां पर्वत अंतरराष्ट्रीय सीमावां भी निर्धारित करते रहे हैं। पर्वत कुदरती चारगाहां का काम करते हैं, जिस करके पर्वती खेतर में पशु पालन का काम हुंदा रहा है। पर्वतों उत्ते कई सेहत वर्धक स्थान ने, जिमें कि भारतीय पर्वतों ते शिमला, डलहौजी, मंसूरी आदि। पर्वतों तो इमारती बालन की लकड़ी पठार मिलती है, आम तौर पर इन्होंने उपरंत विच मिलता है, जिन्हों का इन्हों की उचाई तकरीबन 100 तो 1000 पर 100 तो ना इन्होंने उचाई समुद्री तल तो 600 तो 1500 मीटर तक की हुंदी है। धन्यवाद प्यारे विद्यार्थियों।